ਸਤਿ ਸ਼੍ਰੀ ਅਕਾਲ। ਲੁਧਿਆਣਾ ਖਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਮਨਪ੍ਰੀਤ ਕੌਰ ਤੇ ਬੁਲੇਟਿਨ ਦੀ ਸ਼ੁਰੂਆਤ 'ਚ ਸਭ ਤੋਂ ਪਹਿਲੇ ਨਜ਼ਰ ਹੈਡਲਾਈਨਸ ਤੇ। ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਆਇਆ ਸਾਹਮਣੇ। ਨਿੱਜੀ ਸਕੂਲ ਦੇ ਵਿੱਚ 7 ਸਾਲਾਂ ਦੀ ਬੱਚੀ ਨਾਲ ਕੀਤਾ ਗਿਆ ਦੁਸ਼ਕਰਮ। ਸਥਾਨਕ ਲੋਕਾਂ ਵਿੱਚ ਭਾਰੀ ਰੋਸ। ਸਕੂਲ ਪ੍ਰਸ਼ਾਸਨ ਖਿਲਾਫ ਕੀਤਾ ਪ੍ਰਦਰਸ਼ਨ। ਲੁਧਿਆਣਾ ਦੇ ਬਰੋਟਾ ਰੋਡ ਤੇ ਕਤਲ ਦੀ ਵਾਪਰੀ ਵਾਰਦਾਤ। ਮਾਮੂਲੀ ਵਿਵਾਦ ਬਣਿਆ ਵਾਰਦਾਤ ਦਾ ਸਬਬ। ਕੁੱਤਿਆਂ ਤੇ ਪੱਥਰ ਮਾਰਨ ਤੋਂ ਰੋਕਣ ਤੇ ਤਕਰਾਰ। ਦੋਸ਼ੀ ਨੇ ਤੇਜ਼ਧਾਰ ਹਥਿਆਰ ਦੇ ਨਾਲ ਕੀਤਾ ਹਮਲਾ। ਰਾਏਕੋਟ 'ਚ ਅਕਾਲੀ ਦਲ ਦੇ ਵੱਲੋਂ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ। ਵਾਰਡ ਨੰਬਰ 7 ਤੇ 8 'ਚ ਅਕਾਲੀ ਵਰਕਰਾਂ ਨੇ ਕੀਤਾ ਪ੍ਰਚਾਰ। ਚੋਣ ਦਫ਼ਤਰਾਂ ਦਾ ਕੀਤਾ ਉਦਘਾਟਨ। ਵਾਰਡ ਨੰਬਰ 15 'ਚ ਵੀ ਆਜ਼ਾਦ ਉਮੀਦਵਾਰ ਨੇ ਵੀ ਕੀਤਾ ਚੋਣ ਦਫ਼ਤਰ ਦਾ ਉਦਘਾਟਨ। ਵਧ ਰਹੀ ਤੇਲ ਤੇ ਗੈਸ ਦੇ ਰੇਟਾਂ ਨੂੰ ਲੈ ਕੇ ਦੇਸ਼ ਭਗਤ ਤੇ ਯਾਦਗਾਰੀ ਸੁਸਾਇਟੀ ਦੇ ਵੱਲੋਂ ਧਰਨਾ ਪ੍ਰਦਰਸ਼ਨ। ਹਾਥੀਆਂ ਤੇ ਟਰੈਕਟਰਾਂ ਨੂੰ ਨਾਲ ਲੈ ਕੇ ਕੀਤਾ ਪ੍ਰਦਰਸ਼ਨ। ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਲੁਧਿਆਣਾ ਦੇ ਵਿੱਚ ਇੱਕ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ। ਇੱਥੇ ਇੱਕ ਨਿੱਜੀ ਸਕੂਲ ਦੇ ਵਿੱਚ 7 ਸਾਲਾਂ ਦੀ ਬੱਚੀ ਦੇ ਨਾਲ ਦੁਸ਼ਕਰਮ ਹੋਣ ਦੀ ਖਬਰ ਸਾਹਮਣੇ ਆਈ ਹੈ। ਘਟਨਾ ਦਾ ਪਤਾ ਲੱਗਣ ਤੋਂ ਬਾਅਦ ਪਰਿਵਾਰ ਦੇ ਵੱਲੋਂ ਕਥਿਤ ਬੱਚੇ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਘਟਨਾ ਤੋਂ ਬਾਅਦ ਇਲਾਕਾ ਨਿਵਾਸੀਆਂ ਦੇ ਵਿੱਚ ਵੀ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਇਸ ਨੂੰ ਲੈ ਕੇ ਉਹਨਾਂ ਵੱਲੋਂ ਸਕੂਲ ਪ੍ਰਸ਼ਾਸਨ ਦੇ ਖਿਲਾਫ ਪ੍ਰਦਰਸ਼ਨ ਵੀ ਕੀਤਾ ਗਿਆ ਅਤੇ ਪ੍ਰਸ਼ਾਸਨ ਤੋਂ ਤੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਗਈ ਹੈ। मैं अभी शाम को एक इन्फॉर्मेशन मिली थी कि एक 7-year-old गर्ल शी हैज़ बीन सेक्सुअली असॉल्टेड। वी आर स्टिल वेरीफाइंग द डिटेल्स एंड वी आर इन्वेस्टिगेटिंग द केस। उधर बीते दिनी लुधियाना दे बरोटा रोड ते कतल दी वारदात वापरी है। महज एक मामूली विवाद ही वारदात दे कारण बनया। सो इत्थे कथित व्यक्ति ने दोषी ਨੂੰ ਕੁੱਤੇ ਨੂੰ ਪੱਥਰ ਮਾਰਨ ਤੋਂ ਮਨਾ ਕੀਤਾ ਸੀ ਤੇ ਇਸੇ ਗੱਲ ਕਾਰਨ ਨੇ ਵਿਵਾਦ ਇੰਨਾ ਵੱਧ ਗਿਆ ਕਿ ਦੋਸ਼ੀ ਨੇ ਵਿਅਕਤੀ ਦੇ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਹ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ। ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੁਛ ਨਹੀਂ ਹੋਇਆ। ਡੈਡੀ ਕੰਮ ਤੋਂ ਆਏ ਸੀ 10 ਮਿੰਟ 2 ਮਿੰਟ ਹੋਏ ਸੀ ਇੱਥੇ ਮੋੜ ਤੇ ਗਏ। ਮੈਂ ਹੁਣੀ ਦਰਵਾਜ਼ੇ ਤੋਂ ਦੇਖ ਕੇ ਉਹਨਾਂ ਨੂੰ ਅੰਦਰ ਆਈ ਆ ਤੇ ਜਾਡੂ ਪਤਾ ਲੱਗਿਆ ਉਹਨਾਂ ਨੇ ਮਾਰ ਦਿੱਤਾ। ਬਹੁਤ ਜ਼ਿਆਦਾ ਮਾਰਿਆ। ਮੈਂ ਖੁਦ ਵੀਡੀਓ ਦੇਖੀ ਆ। ਉਹਨਾਂ ਕੋਈ ਦੁਸ਼ਮਣੀ ਕੋਈ ਲੜਾਈ ਝਗੜਾ ਕੁਛ ਨਹੀਂ ਸੀ। ਆ ਪਤਾ ਨਹੀਂ ਕਿਉਂ ਮਾਰਿਆ। ਕੌਣ ਸੀਗੇ ਬੰਦੇ ਉਹ? ਕੱਲਾ ਇੱਕ ਜਣਾ ਸੀ ਰਿੰਕੂ। ਉਹਨੇ ਮਾਰਿਆ ਆ। ਕਾਹਦੇ ਨਾਲ ਮਾਰਿਆ ਹੈ? ਚਾਕੂ ਨਾਲ ਤੇ ਚਾਕੂ ਨਾਲ ਧਾਰ ਵਾਲੇ ਨਾਲ। ਅੱਜ ਇੱਥੇ ਮੇਰਾ ਛੋਟਾ ਭਰਾ ਆਇਆ ਸੀਗਾ 6 ਵਜੇ ਛੁੱਟੀ ਕਰਕੇ ਕੰਮ ਤੋਂ। ਜੋਰਾ ਸਿੰਘ ਜੀ। ਹਾਂ, ਜੋਰਾ ਸਿੰਘ ਕੰਮ ਤੋਂ ਆਇਆ ਸੀਗਾ। ਘਰ ਦੇ 6 ਵਜੇ ਛੁੱਟੀ ਕਰਕੇ ਆਇਆ ਨਾ, 6:15 ਵਜੇ। ਘਰ ਦੇ ਕਹਿੰਦੇ ਵੀ ਦੁੱਧ ਲੈ ਕੇ ਆਉਣਾ। ਉਹ ਦੁੱਧ ਲੈਣ ਚਲਿਆ ਗਿਆ। ਇੱਥੇ ਪਹਿਲਾਂ ਹੀ ਖੜੇ ਸੀਗੇ ਬੰਦੇ। ਉਹ ਕੁੱਤੇ ਕਿਤੇ ਭੌਂਕਣ ਲੱਗੇ। ਕੁੱਤੇ ਭੌਂਕਣ ਲੱਗਣ ਕਰਕੇ ਉਹ ਇੱਟਾਂ ਮਾਰ ਲੱਗੇ ਕੁੱਤਿਆਂ ਦੇ। ਉਹ ਕਹਿੰਦੇ ਵੱਟੇ ਕਾਹਨੂੰ ਮਾਰਦੇ ਹੋ? ਬਸ ਇੰਨੇ 'ਚ ਇਹਨਾਂ ਦੀ ਆਪਸ ਵਿੱਚ ਹੀ ਤੂੰ ਮੈਂ ਹੋ ਗਈ ਜੀ। ਇੰਨੇ ਨੂੰ ਉਹਨੇ ਮੁੰਡੇ ਨੇ ਚਾਕੂ ਕੱਢਿਆ, ਰਿੰਕੂ ਨੇ ਜੀ। ਚਾਕੂ ਕੱਢ ਕੇ ਉਹਨੇ ਮੇਰੇ ਖਿਆਲ ਘੱਟੋ ਘੱਟ 3-4 ਵਾਰੀ ਉਹਦੇ ਚਾਕੂ ਮਾਰਿਆ ਇੱਥੇ ਜੀ। ਉਹ ਤੋਂ ਬਾਅਦ ਫਿਰ ਖਿੱਚ ਕੇ ਪਰਾਂ ਨੂੰ ਲੈ ਗਏ। ਉਹ ਕੈਮਰੇ ਸਾਹਮਣੇ ਪਤਾ ਨਹੀਂ ਕੀ ਚੱਕਰ ਲੱਗ ਗਿਆ। ਜਦ ਤੱਕ ਉਹ ਡਿੱਗਿਆ ਨਹੀਂ ਹੈਗਾ ਮੇਰਾ ਭਰਾ, ਜਦ ਤੱਕ ਇਹਨਾਂ ਨੇ ਮਾਰਨ ਤੇ ਨਹੀਂ ਹਟਿਆ ਜੀ। ਪੁਰਾਣੇ ਉਹ ਮਾੜੀ ਮੋਟੀ ਪਹਿਲਾਂ ਲੜਾਈ ਹੋਈ ਸੀਗੀ। ਉਹ ਤੋਂ ਬਾਅਦ ਕੰਪਰੋਮਾਈਜ਼ ਹੋ ਗਿਆ ਸੀਗਾ ਮੰਨਣ ਡਾਕਟਰ ਦੇ ਤੇ ਉਹ ਤੋਂ ਬਾਅਦ ਫਿਰ ਇਹਨਾਂ ਨੇ ਅੱਜ ਫਿਰ ਇਹੀ ਕੰਮ ਕੀਤਾ। ਕੌਂਸਲ ਚੋਣਾਂ ਦੇ ਮੱਦੇਨਜ਼ਰ ਸਿਆਸੀ ਮਾਹੌਲ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਹੋ ਚੁੱਕਿਆ ਹੈ। ਰਾਏਕੋਟ ਤੋਂ ਵਾਰਡ ਨੰਬਰ 8 ਤੋਂ ਅਕਾਲੀ ਦਲ ਦੇ ਉਮੀਦਵਾਰ ਬਲਵੰਤ ਸਿੰਘ ਦਾ ਚੋਣ ਪ੍ਰਚਾਰ ਕੀਤਾ ਗਿਆ ਹੈ ਅਤੇ ਇਸ ਮੌਕੇ ਭਾਰੀ ਗਿਣਤੀ ਦੇ ਵਿੱਚ ਅਕਾਲੀ ਵਰਕਰ ਤੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਵੀ ਮੌਜੂਦ ਸਨ। ਇਸ ਦੌਰਾਨ ਬਲਵਿੰਦਰ ਸਿੰਘ ਸੰਧੂ ਨੇ ਚੋਣ ਦਫ਼ਤਰ ਦਾ ਵੀ ਉਦਘਾਟਨ ਕੀਤਾ ਹੈ। ਅੱਜ ਨਗਰ ਕੌਂਸਲ ਰਾਏਕੋਟ ਵਿਖੇ ਜੋ ਨਗਰ ਕੌਂਸਲ ਦੀਆਂ ਚੋਣਾਂ ਹੋ ਜਾ ਰਹੀਆਂ ਨੇ, ਉਸ ਦੇ ਵਿੱਚ ਸਬੰਧ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੁਆਰਾ ਜੋ ਵਾਰਡ ਨੰਬਰ 8 ਤੋਂ ਬਲਵੰਤ ਸਿੰਘ ਜੀ ਸੀਪਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਨ, ਉਹਨਾਂ ਦੇ ਅੱਜ ਦਾ ਦਫ਼ਤਰ ਦਾ ਉਦਘਾਟਨ ਸਮੁੱਚੀਆਂ ਸੰਗਤਾਂ ਨੇ ਤੇ ਦਾਸ ਨੇ ਰਲ ਮਿਲ ਕੇ ਇਕੱਠੇ ਹੋ ਕੇ ਅੱਜ ਉਹਨਾਂ ਦੇ ਦਫ਼ਤਰ ਦਾ ਉਦਘਾਟਨ ਕਰਿਆ। ਔਰ ਜਿਹੜਾ ਇਕੱਠ ਇਸ ਛੋਟੇ ਵੀਰ ਦੀ ਹਮਾਇਤ ਲਈ ਸੰਗਤਾਂ ਨੇ ਦਿਖਾਇਆ, ਉਸ ਤੋਂ ਲੱਗਦਾ ਕਿਉਂਕਿ ਲੋਕ ਜਿਹੜੇ ਨੇ ਇਹ ਕਾਂਗਰਸ ਸਰਕਾਰ ਤੋਂ ਇੰਨੇ ਕੁ ਦੁਖੀ ਨੇ ਕਿ ਇਹਨਾਂ ਨੇ ਕੋਈ ਕਾਰਜ ਨਹੀਂ ਕੀਤਾ। ਜਿੰਨੇ ਝੂਠੇ ਲਾਰੇ ਲਾਏ ਨੇ, ਜਿੰਨੀਆਂ ਵੀ ਦਲਿਤ ਵੀਰਾਂ ਦੀਆਂ ਸਕੀਮਾਂ ਸਨ, ਉਹ ਸਾਰੀ ਇਸ ਸਰਕਾਰ ਨੇ ਬੰਦ ਕਰ ਦਿੱਤੀਆਂ। ਅੱਜ ਲੋਕ ਤਰਾਹ ਕਰ ਰਹੇ ਨੇ।
ਉਧਰ ਐਸਡੀਐਮ ਰਾਏਕੋਟ ਡਾਕਟਰ ਹਿਮਾਂਸ਼ੂ ਗੁਪਤਾ ਨੇ ਰਾਏਕੋਟ ਨਗਰ ਕੌਂਸਲ ਚੋਣਾਂ ਦੇ ਬਾਰੇ ਬੋਲਦਿਆਂ ਕਿਹਾ ਹੈ ਕਿ ਇਸ ਵਾਰ ਚੋਣਾਂ ਦੌਰਾਨ BLO ਵੱਲੋਂ ਵੋਟਰ ਫੋਟੋ ਪਰਚੀਆਂ ਨਹੀਂ ਵੰਡੀਆਂ ਜਾਣਗੀਆਂ। ਜੇਕਰ ਉਮੀਦਵਾਰ ਚਾਹਣ ਤਾਂ ਆਪਣੇ ਤੌਰ ਤੇ ਇਹ ਵੋਟਰ ਫੋਟੋ ਪਰਚੀ ਵੰਡ ਸਕਦੇ ਨੇ। ਉਹਨਾਂ ਕਿਹਾ ਹੈ ਕਿ ਫਰਵਰੀ 2020 ਤੋਂ ਹੀ ਬਣੀਆਂ ਵੋਟਾਂ ਜੋ ਵੋਟਰ ਸੂਚੀ ਵਿੱਚ ਦਰਜ ਨੇ ਉਹ ਵੋਟਰ ਹੀ ਇਹਨਾਂ ਨਗਰ ਕੌਂਸਲ ਚੋਣਾਂ ਦੇ ਵਿੱਚ ਵੋਟ ਪਾ ਸਕਣਗੇ। ਇਲੈਕਸ਼ਨ ਕਮਿਸ਼ਨ ਵੱਲੋਂ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਹਦਾਇਤ ਆਈ ਹੈ ਕਿ ਕੋਈ ਵੋਟਰ ਪਰਚੀਆਂ ਜਿਹੜੀਆਂ ਫੋਟੋ ਵੋਟਰ ਪਰਚੀਆਂ ਹੁੰਦੀਆਂ ਨੇ ਪਹਿਲਾਂ BLO ਵੱਲੋਂ ਵੰਡੀਆਂ ਜਾਂਦੀਆਂ ਹੁੰਦੀਆਂ ਨੇ ਉਹ ਇਸ ਤਰ੍ਹਾਂ ਦਾ ਲੋਕਲ ਇਲੈਕਸ਼ਨਾਂ ਦੇ ਵਿੱਚ ਕੋਈ ਵੋਟਰ ਪਰਚੀ ਨਹੀਂ ਵੰਡੀ ਜਾਣੀ। ਸੋ ਕੰਟੈਸਟਿੰਗ ਕੈਂਡੀਡੇਟਸ ਨੂੰ ਇਹ ਹਦਾਇਤ ਹੈਗੀ ਹੈ ਕਿ ਜੇ ਆਪਣੇ ਪੱਧਰ ਤੇ ਉਹ ਕੁਝ ਕਰਨਾ ਚਾਹੁੰਦੇ ਨੇ ਤੇ ਉਹ ਮੋਸਟ ਵੈਲਕਮ ਹੈ। BLO ਵੱਲੋਂ ਕੋਈ ਫੋਟੋ ਵੋਟਰ ਪਰਚੀ ਇਲੈਕਸ਼ਨਾਂ ਤੋਂ ਪਹਿਲਾਂ ਨਹੀਂ ਵੰਡੀ ਜਾਣੀ। ਆਨਲਾਈਨ ਵੋਟਰਾਂ ਦਾ ਕਈਆਂ ਵੱਲੋਂ ਇਹ ਕਨਫਿਊਜ਼ਨ ਹੋ ਗਈ ਕਿ ਜਿਨ੍ਹਾਂ ਨੇ ਵੋਟਾਂ ਆਪਣੀਆਂ ਨਵੀਆਂ ਵੋਟਾਂ ਨਵੰਬਰ ਜਾਂ ਦਸੰਬਰ ਮਹੀਨੇ ਦੇ ਵਿੱਚ ਬਣਵਾਈਆਂ ਸਨ ਉਹ ਵੋਟਾਂ ਉਹਨਾਂ ਨੂੰ ਲੱਗ ਰਿਹਾ ਸੀਗਾ ਕਿ ਇਹ ਸਟੇਟ ਇਲੈਕਸ਼ਨ ਕਮਿਸ਼ਨ ਦੀਆਂ ਵੋਟਾਂ ਮਿਊਨਿਸਪਲ ਕਮੇਟੀ ਦੇ ਇਲੈਕਸ਼ਨਾਂ ਦੀਆਂ ਦੇ ਵਿੱਚ ਵੀ ਉਹਨਾਂ ਦੀ ਵੋਟਾਂ ਬਣ ਗਈਆਂ ਨੇ। ਜਾਣਕਾਰੀ ਲਈ ਦੱਸ ਦਿਆਂ ਕਿ ਜਿਹੜੀਆਂ ਵੋਟਾਂ ਨਵੰਬਰ ਦਸੰਬਰ ਦੇ ਵਿੱਚ ਬਣੀਆਂ ਸੀ ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਬਣਾਈਆਂ ਗਈਆਂ ਸੀਗੀਆਂ ਜਿਹੜੇ ਕਿ ਵਿਧਾਨ ਸਭਾ ਜਾਂ MP ਇਲੈਕਸ਼ਨਾਂ ਦੇ ਵਿੱਚ ਯੂਜ਼ ਕੀਤੀਆਂ ਜਾਂਦੀਆਂ ਨੇ। ਨਗਰ ਕੌਂਸਲ ਚੋਣਾਂ ਨੂੰ ਲੈ ਕੇ ਰਾਏਕੋਟ ਪੁਲਿਸ ਦੇ ਵੱਲੋਂ ਸ਼ਹਿਰ ਦੇ ਅੰਦਰ ਪੈਦਲ ਫਲੈਗ ਮਾਰਚ ਵੀ ਕੱਢਿਆ ਗਿਆ। ਫਲੈਗ ਮਾਰਚ ਦੀ ਅਗਵਾਈ DSP ਰਾਏਕੋਟ ਸੁਖਨੀਤ ਸਿੰਘ ਦੇ ਵੱਲੋਂ ਕੀਤੀ ਗਈ। ਇਸ ਦੌਰਾਨ ਪੁਲਿਸ ਕਰਮਚਾਰੀਆਂ ਅਤੇ ਆਲਾ ਅਧਿਕਾਰੀਆਂ ਦੇ ਵੱਲੋਂ ਵੀ ਸ਼ਿਰਕਤ ਕੀਤੀ ਗਈ। ਮੌਕੇ ਤੇ ਬੋਲਦਿਆਂ SHO ਹੀਰਾ ਸਿੰਘ ਸੰਧੂ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਅਮਾਨ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਕਰਵਾਉਣ ਦੇ ਲਈ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਮੁਸਤੈਦ ਹੈ। ਕਿਸੇ ਵੀ ਸਮਾਜ ਵਿਰੋਧੀ ਅੰਸਰ ਨੂੰ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਇਲੈਕਸ਼ਨ ਦੇ ਰਿਕਾਰਡਿੰਗ ਜੀ ਮਾਨਯੋਗ SSP ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾਨਯੋਗ ਆਪਣੇ DSP ਰਾਏਕੋਟ ਤੇ DSP ਸਾਹਿਬ CWA ਦੇ ਨਾਲ ਪੂਰੀ ਸਬ ਡਿਵੀਜ਼ਨ ਦੀ ਫੋਰਸ ਨੇ ਇੱਕ ਫਲੈਗ ਮਾਰਚ ਦਾ ਪ੍ਰੋਗਰਾਮ ਉਲੀਕਿਆ ਸੀਗਾ ਤਾਂ ਕਿ ਜੋ ਇਲੈਕਸ਼ਨਸ ਨੇ ਉਹ ਪੀਸਫੁਲੀ ਲਾਅ ਐਂਡ ਆਰਡਰ ਨਾਲ ਨਿਪਰੇ ਚੜ੍ਹੀਆਂ ਜਾ ਸਕਣ। ਫੋਰਸ ਦਾ ਪ੍ਰੋਪਰ ਪ੍ਰਬੰਧ ਕੀਤਾ ਗਿਆ ਹੈ ਤੇ ਕੋਈ ਵੀ ਕਿਸੇ ਵੀ ਸ਼ਰਾਰਤੀ ਅੰਸਰ ਨੂੰ ਕੋਈ ਵੀ ਵਧੀਕੀ ਨਹੀਂ ਕਰਨ ਦਿੱਤੀ ਜਾਊਗੀ। ਰਾਏਕੋਟ ਦੇ ਵਾਰਡ ਨੰਬਰ 15 ਤੋਂ ਆਜ਼ਾਦ ਉਮੀਦਵਾਰ ਨੂੰ ਭਾਰੀ ਹੁੰਗਾਰਾ ਮਿਲਦਾ ਦਿਖਾਈ ਦੇ ਰਿਹਾ ਹੈ। ਆਜ਼ਾਦ ਉਮੀਦਵਾਰ ਜਗਤਾਰ ਸਿੰਘ ਰਾਜੂ ਜਦੋਂ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕਰਨ ਪਹੁੰਚੇ ਤਾਂ ਲੋਕਾਂ ਦਾ ਭਾਰੀ ਇਕੱਠ ਸੀ ਤੇ ਇਸ ਦੌਰਾਨ ਉਮੀਦਵਾਰ ਦੇ ਵੱਲੋਂ ਵੀ ਲੋਕਾਂ ਦਾ ਧੰਨਵਾਦ ਕੀਤਾ ਗਿਆ ਤੇ ਆਪਣੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਗਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਜਗਤਾਰ ਸਿੰਘ ਰਾਜੂ ਵਾਰਡ ਨੰਬਰ 15 ਤੋਂ ਆਜ਼ਾਦ ਉਮੀਦਵਾਰ। ਮੇਰਾ ਚੋਣ ਨਿਸ਼ਾਨ ਹੈ ਜੀ ਆਟੋ ਰਿਕਸ਼ਾ। ਆਉਣ ਵਾਲੀ 14 ਤਰੀਕ ਨੂੰ ਆਟੋ ਰਿਕਸ਼ਾ ਦਾ ਬਟਨ ਦਬਾ ਕੇ ਮੈਨੂੰ ਕਾਮਯਾਬ ਬਣਾਓ ਜੀ। ਮੇਰੀ ਕਾਮਯਾਬੀ ਸਾਡੇ ਸਾਰੇ ਵਾਰਡ ਦੀ ਕਾਮਯਾਬੀ ਹੈ ਜੀ। ਮੈਂ ਇਹ ਵਾਅਦਾ ਕਰਦਾ ਵਾਂ ਕਿ ਜਿਹੜੀ ਵੀ ਨਾਲੀਆਂ ਗਲੀਆਂ ਜਾਂ ਵਿਕਾਸ ਦਾ ਕੰਮ ਲਾਈਟਾਂ ਦਾ ਕੰਮ ਉਹ ਮੈਂ ਬੜੇ ਹੀ ਇਮਾਨਦਾਰੀ ਨਾਲ ਕਰੂੰਗਾ ਜੀ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਦਰਸ਼ਨ ਸਿੰਘ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਰਾਏਕੋਟ ਜੋ ਕਿ ਬਾਜੀਗਰ ਬਰਾਦਰੀ ਨਾਲ ਸੰਬੰਧਿਤ ਹਾਂ। ਮੈਂ ਸਾਰੇ ਹੀ ਵਾਰਡ ਨੰਬਰ 15 ਦੇ ਉਮੀਦਵਾਰਾਂ ਨੂੰ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਸਾਡਾ ਕੈਂਡੀਡੇਟ ਜਗਤਾਰ ਸਿੰਘ ਰਾਜੂ ਜਿਸ ਦਾ ਚੋਣ ਨਿਸ਼ਾਨ ਆਟੋ ਰਿਕਸ਼ਾ ਹੈ ਇਸ ਨੂੰ ਆਉਣ ਵਾਲੀ 14 ਤਰੀਕ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਗਤਾਰ ਸਿੰਘ ਨੂੰ ਕਾਮਯਾਬ ਬਣਾਓ। ਅਕਾਲੀ ਆਗੂਆਂ ਦੇ ਵੱਲੋਂ ਉਮੀਦਵਾਰਾਂ ਦਾ ਪ੍ਰਚਾਰ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਵਾਰਡ ਨੰਬਰ 7 ਵਿੱਚ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਪਹੁੰਚੇ ਹੋਏ ਸਨ। ਇਸ ਮੌਕੇ ਉਹਨਾਂ ਦੇ ਵੱਲੋਂ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਹੋਰ ਵੀ ਕਈ ਅਕਾਲੀ ਆਗੂ ਮੌਜੂਦ ਸਨ ਜਿਨ੍ਹਾਂ ਵੱਲੋਂ ਚੋਣ ਦਫ਼ਤਰ ਦਾ ਵੀ ਉਦਘਾਟਨ ਕੀਤਾ ਗਿਆ। ਅੱਜ ਰਾਏਕੋਟ ਨਗਰ ਕੌਂਸਲ ਦੀਆਂ ਜੋ 14 ਤਰੀਕ ਨੂੰ ਵੋਟਾਂ ਪੈਣ ਜਾ ਰਹੀਆਂ ਉਹਦੇ ਤਹਿਤ 7 ਨੰਬਰ ਵਾਰਡ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਕਸ਼ਮੀਰ ਕੌਰ ਸੁਪਤਨੀ ਸ਼੍ਰੀ ਮੁਲਖ ਰਾਜ ਉਹਨਾਂ ਦੇ ਦਫ਼ਤਰ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ ਗਿਆ। ਇਸ ਸਮੇਂ ਮੈਂ ਵੇਖਿਆ ਵੀ ਵਾਰਡ ਦੇ 7 ਨੰਬਰ ਵਾਰਡ ਦੇ ਬਹੁਤ ਹੀ ਸਤਿਕਾਰਯੋਗ ਵੋਟਰ ਸਾਹਿਬਾਨ ਬਹੁਤ ਵੱਡੀ ਗਿਣਤੀ ਵਿੱਚ ਆਏ। ਸਮਾਜ ਦੇ ਸਾਰੇ ਵਰਗਾਂ ਨੇ ਸ਼ਮੂਲੀਅਤ ਕੀਤੀ ਔਰ ਸਮੂਹ ਵੋਟਰਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੀ 14 ਫਰਵਰੀ ਨੂੰ ਜੋ 7 ਨੰਬਰ ਵਾਰਡ ਆ ਜਿਸ ਤੋਂ ਬੀਬੀ ਕਸ਼ਮੀਰ ਕੌਰ ਸੁਪਤਨੀ ਸ਼੍ਰੀ ਮੁਲਖ ਰਾਜ ਖੜੇ ਹਨ ਉਹਨਾਂ ਨੂੰ ਵੱਡੇ ਫਰਕ ਨਾਲ ਜਿਤਾ ਕੇ ਨਗਰ ਕੌਂਸਲ ਵਿੱਚ ਭੇਜਾਂਗੇ।
तो ਦਰੀ ਅਕਾਲੀ ਦਲ ਦੇ ਵੱਲੋਂ ਲੁਧਿਆਣਾ ਦੇ ਵਿੱਚ ਵੀ ਮੀਟਿੰਗਾਂ ਦਾ ਦੌਰ ਜਾਰੀ ਹੈ। ਇੱਥੇ ਵਾਰਡ ਨੰਬਰ 6 ਦੇ ਵਿੱਚ ਵੀ ਮੀਟਿੰਗ ਕੀਤੀ ਗਈ, ਜਿਸ ਵਿੱਚ ਐਮਐਲਏ ਸ਼ਰਨਜੀਤ ਸਿੰਘ ਢਿੱਲੋਂ ਦੇ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਇੱਥੇ ਵੀ ਪਾਰਟੀ ਉਮੀਦਵਾਰ ਨੂੰ ਵੋਟ ਪਾਉਣ ਦੇ ਹੱਕ ਵਿੱਚ ਅਪੀਲ ਕੀਤੀ ਗਈ ਹੈ। ਸੋ ਦੱਸ ਦਈਏ ਕਿ ਸਾਰੀਆਂ ਪਾਰਟੀਆਂ ਦੇ ਵੱਲੋਂ ਪੂਰੀ ਵਾਹ ਲਗਾਈ ਜਾ ਰਹੀ ਹੈ। ਚੋਣ ਪ੍ਰਚਾਰ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਲੁਧਿਆਣਾ ਦੇ ਵਿੱਚ ਵੀ ਵੱਖ-ਵੱਖ ਵਾਰਡਾਂ ਨੂੰ ਲੈ ਕੇ ਇੱਥੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਤੇਜ਼ ਹੈ। ਵਾਰਡ ਨੰਬਰ 6 ਦੇ ਵਿੱਚ ਵੀ ਐਮਐਲਏ ਸ਼ਰਨਜੀਤ ਸਿੰਘ ਢਿੱਲੋਂ ਦੇ ਵੱਲੋਂ ਸ਼ਿਰਕਤ ਕੀਤੀ ਗਈ ਤੇ ਇੱਥੇ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਗਈ। ਕਰ ਰਹੇ ਕਿਉਂਕਿ ਕਾਂਗਰਸ ਪਾਰਟੀ ਡਰੀ ਬੈਠੀ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਸਾਨੂੰ ਹਾਰ ਦਿਸ ਰਹੀ ਹੈ, ਉਹਦੇ ਕਰਕੇ ਲੋਕਾਂ ਨੂੰ ਡਰਾ ਕੇ ਇਹ ਕਰਨਾ ਚਾਹੁੰਦੇ ਨੇ। ਲੇਕਿਨ ਅੱਜ ਅਸੀਂ ਸਾਹਨੇਵਾਲ ਦੇ ਵਿੱਚ ਜਲਸਾ ਕਰਕੇ ਹਟੇ ਹਾਂ, ਬੜਾ ਵਧੀਆ ਰਿਸਪੌਂਸ ਆਇਆ। ਅਸੀਂ 10 ਦਿਨ ਪਹਿਲਾਂ ਤਾਂ ਕਾਂਗਰਸ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੇ ਬੰਦੇ ਸ਼ਾਮਲ ਕਰਾਏ। ਅੱਜ ਅਸੀਂ ਇਹ ਸਾਰੇ ਆਮ ਆਦਮੀ ਦੇ ਵਿੱਚੋਂ ਆਏ ਨੇ, ਕੁਝ ਬੀਜੇਪੀ, ਕੁਝ ਕਾਂਗਰਸ ਦੇ ਵਿੱਚੋਂ ਇਹ ਆਏ ਨੇ ਵੀਰ ਨੌਜਵਾਨ ਨੇ। ਇਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦੱਬ ਕੇ ਇਹਨਾਂ ਨੇ ਸ਼ਾਮਲ ਹੋ ਕੇ ਇਸ ਪਾਰਟੀ ਦਾ ਮਾਣ ਵਧਾਇਆ। ਮੈਂ ਸਮਝਦਾ ਲੋਕ ਦਿਨ ਪਰ ਦਿਨ ਵਹੀਰਾਂ ਘੱਟ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਰਹੇ ਨੇ, ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜੋ ਕਹਿੰਦਾ ਉਹ ਕਰਕੇ ਦਿਖਾਉਂਦਾ ਹੈ। ਬੜੀ ਡਿਵੈਲਪਮੈਂਟ ਕੀਤੀ ਆ, ਬੜੇ ਕੰਮ ਕੀਤੇ ਨੇ, ਸੜਕਾਂ ਬਣਾਈਆਂ, ਪੁਲ ਬਣਾਏ, ਲੋਕਾਂ ਦੇ ਪਿੰਡਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਸੀਂ ਡਿਵੈਲਪਮੈਂਟ ਕੀਤੀ ਕਰ ਨਹੀਂ ਸਕਿਆ। ਸਾਹਨੇਵਾਲ ਸਾਡਾ ਪਾਰਕ ਹੈ। ਦੇਖੋ ਜੀ, ਵਾਰਡ ਦੇ ਵਿੱਚ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਕਿ ਜਿਸ ਤਰ੍ਹਾਂ ਅਸੀਂ ਦੇਖਿਆ ਕਿ ਅਸੀਂ ਤਾਂ ਆਪਣੇ ਵਿਕਾਸ ਦੇ ਬਿਹਾਵ ਤੇ ਹੀ ਵੋਟਾਂ ਮੰਗਦੇ ਹਾਂ, ਕਿਉਂਕਿ ਅਸੀਂ ਵਾਰਡ ਦੇ ਵਿੱਚ ਕੰਮ ਕੀਤੇ ਆ ਔਰ ਉਹਨਾਂ ਕੰਮਾਂ ਦੇ ਬਿਹਾਵ ਤੇ ਸਾਨੂੰ ਬਹੁਤ ਅੱਛਾ ਰਿਸਪੌਂਸ ਮਿਲਦਾ। ਜਦੋਂ ਵਾਰਡ ਦੇ ਵਿੱਚ ਮੈਂ ਜਾਂਦਾ, ਲੋਕਾਂ ਨਾਲ ਗੱਲ ਕਰਦਾ, ਕਿ ਪਬਲਿਕ ਨੂੰ ਪੁੱਛਦਾ ਕਿ ਮੈਂ ਜੇ ਤੁਹਾਡੇ ਵਾਰਡ 'ਚ ਦੁਬਾਰਾ ਆਉਣਾ ਚਾਹਾਂ, ਤਾਂ ਪਬਲਿਕ ਮੈਨੂੰ ਬਹੁਤ ਹੱਸ ਕੇ, ਬਹੁਤ ਖੁਸ਼ ਹੋ ਕੇ ਹੰਗਾਰਾ ਭਰਦੇ ਆ ਕਿ ਸੋਨੀ ਜੀ ਜਦੋਂ ਤੋਂ ਤੁਸੀਂ ਇੱਥੋਂ ਗਏ ਹੋ, ਜਿੰਨਾ ਤੁਸੀਂ ਕੰਮ ਕਰਾ ਕੇ ਕੰਮ ਉੱਥੇ ਰੁਕਿਆ ਹੈ, ਉਸ ਤੋਂ ਬਾਅਦ ਇੱਕ ਵੀ ਕੰਮ ਨਹੀਂ ਹੋਇਆ। ਅਗਰ ਜਿਹੜੇ ਸਾਡੇ ਵਾਰਡ ਵਾਲੇ ਮੈਂਬਰ ਨੇ, ਉਹਨਾਂ ਸਾਰਿਆਂ ਦੀ ਇਹੀ ਇੱਛਾ ਕਿ ਸੋਨੀ ਜੀ ਤੁਸੀਂ ਦੁਬਾਰਾ ਆਓ। ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਤੇ ਮੈਂ ਆਪਣੇ ਵਾਰਡ ਵਾਸੀਆਂ ਨੂੰ ਇੱਕ ਛੋਟੀ ਜਿਹੀ ਅਪੀਲ ਵੀ ਕਰਨੀ ਚਾਹੂੰਗਾ ਕਿ ਵਾਰਡ ਨੰਬਰ 6 ਦੇ ਮੇਰੇ ਸਾਰੇ ਵੋਟਰ ਤੇ ਸਪੋਰਟਰੋ ਕਿ ਮੈਨੂੰ ਵੱਧ ਤੋਂ ਵੱਧ ਵੋਟਾਂ ਪਾਓ। ਵੋਟਾਂ ਪਾ ਕੇ ਮੈਨੂੰ ਦੁਬਾਰਾ ਤੋਂ ਕਾਉਂਸਲਰ ਬਣਾਓ, ਤਾਂ ਜੋ ਜਿਹੜੇ ਮੇਰੇ ਅਧੂਰੇ ਕੰਮ ਨੇ ਮੈਂ ਉਹ ਪੂਰੇ ਕਰ ਸਕਾਂ। ਲੁਧਿਆਣਾ ਵਿਖੇ ਸਟੇਟ ਟਰਾਂਸਪੋਰਟ ਕਮਿਸ਼ਨਰ ਦੇ ਹੁਕਮਾਂ ਤੋਂ ਪਰੇਸ਼ਾਨ ਆ ਕੇ ਆਟੋ ਵਰਕਸ ਫੈਡਰੇਸ਼ਨ ਦੇ ਵੱਲੋਂ ਮੀਟਿੰਗ ਕੀਤੀ ਗਈ। ਆਟੋ ਚਾਲਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੇ ਵੱਲੋਂ 27,000 ਤੋਂ ਲੈ ਕੇ 47,500 ਤੱਕ ਦੇ ਟੈਕਸ ਲਗਾਏ ਜਾ ਰਹੇ ਨੇ। ਆਟੋ ਡਰਾਈਵਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜੁਰਮਾਨਿਆਂ ਨੂੰ ਘੱਟ ਕੀਤਾ ਜਾਏ। ਉਹਨਾਂ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਰਕਾਰ ਨੂੰ ਅਪੀਲ ਹੈ ਕਿ ਉਹਨਾਂ ਦੇ ਪਰਿਵਾਰਾਂ ਨੂੰ ਗੋਲੀ ਮਾਰ ਦੇਵੇ। ਮੈਂ ਸਤੀਸ਼ ਕੁਮਾਰ, ਜ਼ਿਲ੍ਹਾ ਆਟੋ ਰਿਕਸ਼ਾ ਵਰਕਰਸ ਫੈਡਰੇਸ਼ਨ ਪ੍ਰਧਾਨ। ਜਿੰਦਾਬਾਦ ਦੇ ਨਾਰੇ ਲਾ ਰਹੇ ਹੋ, ਕੀ ਕਹਿਣਾ ਚਾਹੁੰਦੇ? ਅਸੀਂ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਕੈਪਟਨ ਸਾਹਿਬ ਦਾ, ਟ੍ਰੈਫਿਕ ਪੁਲਿਸ ਦਾ ਅਤੇ ਆਪਣੇ ਲੁਧਿਆਣਾ ਦੇ ਡੀਸੀ ਸਾਹਿਬ ਦਾ, ਸਟੇਟ ਟਰਾਂਸਪੋਰਟ ਕਮਿਸ਼ਨਰ ਸਾਹਿਬ ਦਾ, ਜਿਨ੍ਹਾਂ ਨੇ ਸਾਨੂੰ ਹੁਕਮ ਜਾਰੀ ਕੀਤੇ ਨੇ। ਅੱਗੇ ਸਾਡਾ ਚਲਾਨ ਹੁੰਦਾ ਸੀ, ਅਸੀਂ ਆਪਣੇ ਆਰਸੀ ਕਾਗਜ਼ ਪੱਤਰ ਦਿਖਾ ਕੇ ਉਹਦਾ ਚਲਾਨ ਦਾ ਜੁਰਮਾਨਾ ਮਾਫ ਕਰਕੇ ਸਾਨੂੰ ਸਿਰਫ 100 ਰੁਪਏ ਕੀਤਾ ਜਾਂਦਾ ਸੀ। ਜੋ ਨਵਾਂ ਜਨਰਲ ਡਾਇਰ ਵਰਗਾ ਹੁਕਮ ਸਾਨੂੰ ਸਟੇਟ ਟਰਾਂਸਪੋਰਟ ਕਮਿਸ਼ਨਰ ਸਾਹਿਬ ਨੇ ਦਿੱਤਾ, ਉਹ ਉਹਨਾਂ ਨੇ ਲਾਗੂ ਵੀ ਕਰ ਦਿੱਤਾ ਅਤੇ ਇਹਦੇ ਨਾਲ ਸਾਡੇ ਜਿਹੜੇ ਆਟੋ ਰਿਕਸ਼ਾ ਚਾਲਕ ਨੇ ਭੁੱਖੇ ਮਰ ਰਹੇ ਨੇ, ਬੇਰੁਜ਼ਗਾਰ ਹੋ ਗਏ ਨੇ। ਸੈਂਕੜਾ ਗੱਡੀਆਂ ਸੈਂਕੜਾ ਆਟੋ ਰਿਕਸ਼ਾ ਸਾਡੇ ਥਾਣਿਆਂ ਦੇ ਵਿੱਚ ਬੰਦ ਪਏ ਨੇ, ਉੱਤੇ ਉਹ ਵਿਹਲੇ ਘੁੰਮ ਰਹੇ ਆਟੋ ਰਿਕਸ਼ਾ ਚਾਲਕ। ਕਿੰਨੇ ਦਾ ਚਲਾਨ ਹੋਇਆ, ਚਲਾਨ ਕੀਤੇ ਗਏ ਨੇ? ਚਲਾਨ ਸਾਰੇ ਹੈਗੇ ਜੀ, ਕਿਸੇ ਦਾ 18,000 ਰੁਪਏ ਜੁਰਮਾਨਾ ਵਾ, ਕਿਸੇ ਦਾ 27,000 ਰੁਪਏ। ਅੱਜ ਇੱਕ ਚਲਾਨ ਸਾਡੇ ਕੋਲ ਹੋਰ ਆਇਆ, 47,500 ਰੁਪਏ ਜੁਰਮਾਨਾ ਹੋ ਰਿਹਾ। ਬਲਵਿੰਦਰ ਸਿੰਘ ਜੀ। ਹਾਂਜੀ, ਕੀ ਆਟੋ ਚਲਾਉਂਦੇ ਹੋ? ਮੈਂ ਆਟੋ ਚਲਾਉਂਦਾ ਜੀ। ਕਿੰਨਾ ਦਾ ਚਲਾਨ ਹੋਇਆ, ਕੀ ਕਹਿਣਾ ਚਾਹੁੰਦੇ? ਚਲਾਨ ਜੀ ਮੇਰਾ ਆਪਣਾ 27,000 ਰੁਪਏ ਦਾ, 300-400 ਰੁਪਏ ਕਮਾਈ ਦਾ, ਜਿਹਦੇ ਵਿੱਚੋਂ ਆਪਣਾ 6-7 ਦੀ ਕਿਸ਼ਤ ਦੀ ਹੈ। ਉਹਦੇ ਵਿੱਚੋਂ ਅਸੀਂ ਕੀ ਖਾਵਾਂਗੇ ਤੇ ਕੀ ਜੁਰਮਾਨੇ ਭਰਾਂਗੇ, ਕੀ ਕਿਸ਼ਤਾਂ ਦੇਵਾਂਗੇ। ਕੀ ਅਪੀਲ ਕਰਦੇ ਹੋ ਤੁਸੀਂ? ਅਸੀਂ ਅਪੀਲ ਕਰਦੇ ਹਾਂ ਵੀ ਕੋਈ ਰਹਿਮ ਕਰਨਾ ਚਾਹੀਦਾ ਹੈ। ਹਾਂ, ਟ੍ਰੈਫਿਕ ਪੁਲਿਸ ਨੂੰ ਜਾਂ ਪ੍ਰਸ਼ਾਸਨ ਨੂੰ ਆਪਣਾ ਇਹਨਾਂ ਨੂੰ ਰਹਿਮ ਕਰਨਾ ਚਾਹੀਦਾ। ਕੋਈ ਜਾਇਜ਼ ਗਰੀਬ ਮਾਰ ਨਾ ਕੀਤੀ ਜਾਵੇ, ਗਰੀਬ ਨੂੰ ਰੋਟੀ ਖਾਣ ਦਿੱਤੀ ਜਾਵੇ। ਲੁਧਿਆਣਾ ਦੇ ਜਗਰਾਓਂ ਪੁਲ ਤੇ ਦੇਸ਼ ਭਗਤ ਯਾਦਗਾਰੀ ਸੁਸਾਇਟੀ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਸੁਸਾਇਟੀ ਦੇ ਮੈਂਬਰਾਂ ਵੱਲੋਂ ਵਧ ਰਹੇ ਤੇਲ ਅਤੇ ਰਸੋਈ ਗੈਸ ਦੇ ਰੇਟਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਤੇ ਡੀਸੀ ਨੂੰ ਇਸ ਸੰਬੰਧੀ ਮੰਗ ਪੱਤਰ ਵੀ ਸੌਂਪਿਆ ਗਿਆ ਹੈ। ਮੈਂਬਰਾਂ ਦੇ ਵੱਲੋਂ ਹਾਥੀਆਂ ਤੇ ਟਰੈਕਟਰਾਂ ਦੇ ਉੱਤੇ ਸਵਾਰ ਹੋ ਕੇ ਪ੍ਰਦਰਸ਼ਨ ਕੀਤਾ ਗਿਆ ਹੈ। ਮੌਕੇ ਤੇ ਬੋਲਦਿਆਂ ਸੁਸਾਇਟੀ ਦੇ ਇੱਕ ਮੈਂਬਰ ਨੇ ਕਿਹਾ ਹੈ ਕਿ ਤੇਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਹਾਥੀ ਤੋਂ ਵੀ ਵੱਧ ਉੱਚੀਆਂ ਨੇ। ਉਹਨੇ ਵੀ ਕਿਹਾ ਹੈ ਕਿ ਉਹ ਕਿਸਾਨਾਂ ਦੇ ਅੰਦੋਲਨ ਦਾ ਵੀ ਸਮਰਥਨ ਕਰਦੇ ਨੇ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਵੀ ਮੰਗ ਕੀਤੀ ਜਾਂਦੀ ਹੈ। ਮੇਰੇ ਅਖਬਾਰ ਚੱਕਦੇ ਆ ਤਾਂ ਤੁਹਾਨੂੰ ਡੀਜ਼ਲ ਦੇ, ਪੈਟਰੋਲ ਦੇ, ਗੈਸ ਦੇ ਰੇਟ ਵਧੇ ਹੋਏ ਦਿਖਾਈ ਦੇ ਰਹੇ ਨੇ। ਇਹ ਹਾਥੀ ਲੈ ਕੇ ਅਸੀਂ ਚੱਲ ਰਹੇ ਕਿ ਹਾਥੀ ਦੀ ਉਚਾਈ ਨੂੰ ਵੀ ਉੱਪਰ ਜਾ ਰਹੇ ਨੇ ਰੇਟ। ਅੱਜ ਮੈਂ ਸਮਝਦਾ ਕਿ ਇਹ ਹਾਥੀ ਤੇ ਚੱਲਣਾ, ਇਹ ਹਾਥੀ ਦਾ ਇੱਕ ਮੈਸੇਜ ਹੈ
ਤੇ ਜਿੱਥੇ ਉੱਥੇ ਅਸੀਂ ਅੱਜ ਉਹਨਾਂ ਕਿਸਾਨਾਂ ਦੇ ਨਾਲ ਵੀ ਖੜੇ ਆ ਜਿਹੜਾ ਤਕਰੀਬਨ 200 ਦੇ ਕਰੀਬ ਕਿਸਾਨ ਦਿੱਲੀ ਬਾਰਡਰ ਤੇ ਸ਼ਹੀਦ ਹੋ ਗਿਆ। ਅੱਜ ਜਿੱਥੇ ਤੇਲ ਦੇ ਵਧਾਏ ਹੋਏ ਰੇਟਾਂ ਦਾ, ਗੈਸ ਦਾ, ਉਹਦਾ ਵਿਰੋਧ ਕਰ ਰਹੇ, ਉੱਥੇ ਅਸੀਂ ਜਿਹੜਾ ਕਿਸਾਨਾਂ ਦਾ ਦਰਦ ਆ ਉਹ ਵੀ ਵਡਾ ਰਹੇ ਆ। ਲੁਧਿਆਣਾ ਦੇ ਹੰਬੜਾ ਰੋਡ ਤੇ ਮੰਡੀ ਲਾਉਣ ਵਾਲਿਆਂ ਲੋਕਾਂ ਅਤੇ ਸਥਾਨਕ ਪਿੰਡ ਵਾਸੀਆਂ ਵਿਚਕਾਰ ਤਕਰਾਰ ਦਾ ਮਾਮਲਾ ਸਾਹਮਣੇ ਆਇਆ। ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਮੰਡੀ ਬੋਰਡ ਦੀ ਥਾਂ ਤੇ ਮੰਡੀ ਲੱਗਣੀ ਚਾਹੀਦੀ ਹੈ, ਪਰ ਇਹਨਾਂ ਲੋਕਾਂ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ ਅਤੇ ਮੁੱਖ ਸੜਕ ਤੇ ਹੀ ਮੰਡੀ ਲਗਾਈ ਜਾ ਰਹੀ ਹੈ। ਇਸ ਕਾਰਨ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਮੌਕੇ ਤੇ ਮੌਜੂਦ ਮੰਡੀ ਅਫਸਰ ਨੇ ਮਾਮਲੇ ਤੇ ਬੋਲਦਿਆਂ ਕਿਹਾ ਹੈ ਕਿ ਉਹਨਾਂ ਨੂੰ ਨੋਟਿਸ ਵਿੱਚ ਲੈ ਲਿਆ ਗਿਆ ਹੈ ਅਤੇ ਜਲਦ ਹੀ ਇਹ ਮਾਮਲਾ ਸੁਲਝਾ ਵੀ ਲਿਆ ਜਾਏਗਾ। ਮੈਂ ਸੁੱਖਾ ਸਰਪੰਚ ਜੀ, ਗ੍ਰਾਮ ਪੰਚਾਇਤ ਕ੍ਰਿਸ਼ਨਾ ਨਗਰ ਤੋਂ ਆ। ਇਹ ਜਿਹੜੇ ਮੰਡੀ ਲਾ ਰਹੇ ਬੰਦੇ ਇਹ ਕਹਿੰਦੇ ਜੀ ਮੰਡੀ ਬੋਰਡ ਦੀ ਜਗ੍ਹਾ, ਅਸੀਂ ਕਿਹਾ ਜੀ ਮੰਡੀ ਬੋਰਡ ਦੀ ਜਗ੍ਹਾ ਤੁਹਾਡੀ ਉਹ ਪਾਣੀ ਵਾਲੀ ਟੈਂਕੀ ਕੋਲੇ ਆ, ਸਾਹਮਣੇ ਦੇਖੋ ਉਧਰ ਉਹ ਪਾਣੀ ਵਾਲੀ ਟੈਂਕੀ ਕੋਲੇ ਇਹਨਾਂ ਦੀ ਜਗ੍ਹਾ ਉਧਰ ਲਾਣ। ਇੱਧਰ ਮੰਡੀ ਲਾਉਂਦੇ, ਇੱਥੋਂ ਤੱਕ ਟ੍ਰੈਫਿਕ ਜਾਮ ਹੋ ਜਾਂਦਾ ਜੀ। ਲੋਕੀ ਰਾਤ ਨੂੰ ਬਹੁਤ ਮਤਲਬ ਤੰਗ ਹੁੰਦੇ ਨੇ। ਇਹ 2 ਵਾਰੀ ਪਿਛਲੇ ਵੀਰਵਾਰ ਵੀ ਅਸੀਂ ਇਹਨਾਂ ਨੂੰ ਕਿਹਾ ਸੀ, ਕਹਿੰਦੇ ਜੀ ਆਹ ਵੀਰਵਾਰ ਸਾਡੀ ਮੰਡੀ ਲੱਗ ਲੈਣ ਤੋਂ ਅਗਲੇ ਵੀਰਵਾਰ ਅਸੀਂ ਪਿੱਛੇ ਲੈ ਜਾਾਂਗੇ। ਅੱਜ ਹੁਣ ਫਿਰ ਲਿਆ ਕੇ ਇਹਨਾਂ ਨੇ ਇੱਥੇ ਮੰਡੀ ਲਾ ਲਈ, ਅਸੀਂ ਤਾਂ ਕਰਕੇ ਇੱਥੇ ਧਰਨਾ ਦਿੱਤਾ ਹੋਇਆ ਜੀ। ਮੇਨ ਪ੍ਰੋਬਲਮ ਤਾਂ ਮੰਡੀ ਦੇ ਵਿੱਚ ਮੇਨ ਰੋਡ ਤੇ ਆ ਰਹੀ ਹੈ, ਸੜਕ ਦੇ ਵਿੱਚ ਟ੍ਰੈਫਿਕ ਦੀ ਪ੍ਰੋਬਲਮ ਆ ਰਹੀ ਹੈ। ਪਬਲਿਕ ਨੂੰ ਬਹੁਤ ਹਰਾਸ ਹੋ ਰਹੀ ਹੈ। ਇੱਕ ਵਾਰੀ ਇੱਕ ਕੁੜੀ ਡਿੱਗ ਵੀ ਪਈ, ਉਹਦੇ ਲੱਤ ਟੁੱਟ ਗਈ ਵਿਚਾਰੀ ਦੀ। ਹਾਂ, ਇੱਥੇ ਐਕਸੀਡੈਂਟ ਹੋਇਆ, ਕੁੜੀ ਸੀ, ਐਕਸੀਡੈਂਟ ਹੋਇਆ ਪਿਛਲੇ ਵੀਰਵਾਰ। ਨਹੀਂ ਮੰਡੀ ਅਸੀਂ ਉਹਨੂੰ ਮੰਡੀ ਲੱਗਣ ਦੇਵਾਂਗੇ, ਮੰਡੀ ਨਹੀਂ ਕਹਿੰਦੇ ਨਾ ਲੱਗੇ। ਉਹ ਜਗ੍ਹਾ ਲਾਉਣਾ ਆਪਣੀ ਮੰਡੀ ਬੋਰਡ ਦੀ ਪਿੱਛੇ ਰੋਡ ਤੇ ਲਾਉਣਾ, ਮੇਨ ਰੋਡ ਤੇ ਨਾ ਲਾਉਣ। ਮੇਨ ਰੋਡ ਖਾਲੀ ਕਰ ਦੇਣਾ। ਮੇਨ ਰੋਡ ਦੀ ਪਾਰਕਿੰਗ ਜਿਹੜੀ ਹੈਗੀ ਉਹ ਖਾਲੀ ਪਾਰਕਿੰਗ ਬਣੀ ਰਵੇ। ਉਹਨਾਂ ਦਾ ਇਹ ਕਹਿਣਾ ਵੀ ਅਸੀਂ ਤਾਂ ਵੀ ਅੱਗੇ ਲਾਉਣੀ ਚਾਹੁੰਦੇ ਹਾਂ, ਵੀ ਅੱਗੇ ਲਾਉਣੀ ਅਸੀਂ ਮੰਡੀ, ਧੱਕਾ ਕਰਦੇ ਆ ਜੀ। ਮੈਂ ਮਾਰਕੀਟ ਕਮੇਟੀ ਲੁਧਿਆਣਾ ਤੋਂ ਆਇਆ ਜੀ। ਟੇਕ ਬਹਾਦਰ ਸਕੱਤਰ ਸਾਹਿਬ ਨੇ ਉਹਨਾਂ ਦੇ ਬਿਹਾਫ ਤੇ ਇਹ ਮੰਡੀ ਦੀ ਮੈਂ ਜਿਹੜੀ ਪ੍ਰੋਬਲਮ ਆ ਰਹੀ ਆ ਉਹਨੂੰ ਸਮੱਸਿਆ ਦਾ ਹੱਲ ਕਰਨ ਲਈ ਆਏ ਆ ਜੀ, ਤੇ ਸਮੱਸਿਆ ਦਾ ਹੱਲ ਕਰਕੇ ਜਾਵਾਂਗੇ ਜ਼ਰੂਰ। ਕੋਈ ਗੱਲ ਨਹੀਂ, ਇਹਨਾਂ ਦਾ ਬੈਠ ਕੇ ਇਹਨਾਂ ਨਾਲ ਗੱਲ ਕਰਦੇ ਆ ਜੀ, ਹੱਲ ਕਰਦੇ ਆ ਦਾ ਕੋਈ ਜਿਹੜਾ ਵੀ ਕੋਈ ਮਤਲਬ ਨਿਕਲਦਾ ਹੈ ਹੱਲ, ਜਿਹੜਾ ਬੈਸਟ ਪੋਸੀਬਲ ਹੋਊਗਾ ਹੱਲ ਕਰਦੇ ਆ ਜੀ ਆਪਾਂ ਬੈਠ ਕੇ। ਨਗਰ ਨਿਵਾਸੀ ਦਾ ਕਹਿ ਰਹੇ ਨੇ ਮੰਡੀ ਪਿੱਛੇ ਲਗਾਤੀ ਜਾਵੇ। ਕੋਈ ਨਹੀਂ, ਬੈਠ ਕੇ ਗੱਲ ਨਹੀਂ, ਆਪਾਂ ਬੈਠ ਕੇ ਗੱਲ ਕਰਦੇ ਆ ਨਾ, ਜਿਹਨਾਂ ਨਾਲ ਸੌਟ ਆਊਟ ਸਹਿਮਤੀ ਹੋਊਗੀ ਇਹਨਾਂ ਦੀ, ਜਿੱਥੇ ਲਾਉਣ ਦੀ ਆਪਾਂ ਕਰਾਂਗੇ ਉੱਦਾਂ। ਲੁਧਿਆਣਾ ਦੇ ਮੁੱਖ ਇਨਕਮ ਟੈਕਸ ਦਫ਼ਤਰ ਦੇ ਵਿੱਚ ਚੀਫ ਟੈਕਸ ਕਮਿਸ਼ਨਰ ਦੀ ਅਗਵਾਈ ਵਿੱਚ ਮੀਟਿੰਗ ਹੋਈ। ਮੌਕੇ ਤੇ ਬੋਲਦਿਆਂ ਚੀਫ ਕਮਿਸ਼ਨਰ ਨੇ ਕਿਹਾ ਕਿ ਵਿਵਾਦ ਤੋਂ ਵਿਸ਼ਵਾਸ ਯੋਜਨਾ ਦੀ ਤਾਰੀਖ ਵਧਾ ਕੇ ਫਰਵਰੀ 2021 ਤੱਕ ਕਰ ਦਿੱਤੀ ਗਈ ਹੈ। ਪੰਜਾਬ ਵਾਸੀ ਇਸ ਯੋਜਨਾ ਦਾ ਲਾਭ ਲੈ ਸਕਦੇ ਨੇ। विवाद से विश्वास स्कीम भारत सरकार लेके आई है कि इनकम टैक्स और दूसरे डायरेक्ट टैक्सेस में जितने भी लिटिगेशन हैं वो लिटिगेशन को कम किया जा सके। इस स्कीम में जो मेन रिक्वायरमेंट है वो है कि किसी भी तरह का अपील, किसी भी एसएससी का अपील 31 जनवरी 2020 को किसी भी अपीलेट फोरम पे हो, चाहे वो सीआईटी अपील के पास हो, ट्रिब्यूनल में हो, हाई कोर्ट में हो, सुप्रीम कोर्ट में हो, या अपील फाइल करने का डेट उस दिन ड्यू उस समय तक रहा हो, 31 जनवरी तक। इस स्कीम के कुछ फ़ायदे हैं। पहला तो ये है कि इस स्कीम में सारे तरह के इंटरेस्ट को वेव कर दिया गया है। जो भी आपका नेट टैक्स बनता है वो सिर्फ टैक्स आपको पे करनी है। मैं जितेंद्र खुराना, एडवोकेट, स्टेट प्रेसिडेंट, इंडियन टैक्सेशन एडवोकेट एसोसिएशन। आज इनकम टैक्स डिपार्टमेंट की तरफ से ऋषि नगर में विशेष मीटिंग रखी गई। इसमें इनकम टैक्स के चीफ कमिश्नर साहब सहाय साहब ने विवाद से समाधान स्कीम के बारे में डिटेल से जानकारी दी। हमारे हिसाब से जो हम टैक्स प्रोफेशनल हैं, ये स्कीम बहुत अच्छी है। जिन लोगों ने स्कीम का फ़ायदा लेना है वो अपना इसी महीने फरवरी के 28 तक अप्लाई कर सकते हैं और स्कीम का बेनिफिट ले सकते हैं। ਉਧਰੀ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਦੇ ਨਾਲ ਖਾਸ ਗੱਲਬਾਤ ਕੀਤੀ ਗਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਦੇ ਨਾਲ ਗੱਲਬਾਤ ਕਰਦਿਆਂ ਇਹ ਸਾਹਮਣੇ ਆਇਆ ਹੈ ਕਿ ਮੌਸਮ ਵਿੱਚ ਹੋ ਰਹੀ ਤਬਦੀਲੀ ਦੇ ਨਾਲ ਪ੍ਰਭਾਵ ਪੈ ਸਕਦੇ ਨੇ ਤੇ ਇਹਨਾਂ ਪ੍ਰਭਾਵਾਂ ਤੋਂ ਹੀ ਜਾਣੂ ਕਰਵਾਇਆ ਗਿਆ। ਉਹਨਾਂ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ। ਉਹਨਾਂ ਵੀ ਕਿਹਾ ਕਿ ਮੌਸਮ ਵਿੱਚ ਇੰਜ ਹੀ ਖੁਸ਼ਕੀ ਜਾਰੀ ਰਹੇਗੀ ਤੇ ਕੁਝ ਦਿਨ ਧੁੰਦ ਵੀ ਜਾਰੀ ਰਹੇਗੀ, ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ। ਭਾਜੀ ਅਸੀਂ ਹੈ ਨਾ ਸਕੂਲ ਦੇ ਬੱਚਿਆਂ ਨੂੰ ਛੱਡਣ ਗਏ ਸੀ ਤੇ ਦੁੱਧ ਲੈਣ ਗਏ ਸੀ। ਧੁੰਦ ਦੇ ਨਾਲ ਬਹੁਤ ਬੁਰਾ ਹਾਲ ਹੋਇਆ ਹੈ ਸਾਡੇ। ਇਹ ਦੇਖ ਲਓ ਤੁਸੀਂ, ਕੱਪੜੇ ਦੇਖ ਲਓ, ਬਾਈ ਫੇਸ ਦੇਖ ਲਓ, ਸਭ ਧੁੰਦ ਨਾਲ ਭਿੱਜਿਆ ਹੋਇਆ, ਬੁਰਾ ਹਾਲਾਤ ਆ, ਕੁਝ ਵੀ ਨਹੀਂ ਦਿਖਦਾ ਪਿਆ। ਠੰਡ ਜ਼ਿਆਦਾ ਪੈ ਰਹੀ ਹੈ ਇਸ ਵਾਰ? ਬਹੁਤ ਜ਼ਿਆਦਾ ਭਾਜੀ। ਅੱਜ ਫਰਵਰੀ ਦੇ ਵਿੱਚ ਪਹਿਲੀ ਵਾਰੀ ਅਸੀਂ ਜ਼ਿੰਦਗੀ ਦੇ ਵਿੱਚ ਦੇਖਿਆ ਜਿਹੜਾ ਇੰਨੀ ਧੁੰਦ ਪਈ ਹੈ ਜੀ। ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ, ਕੀ ਮੈਸੇਜ ਦੇਣਾ ਚਾਹੁੰਦੇ ਹੋ? ਲੋਕਾਂ ਨੂੰ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਆਪਣੀਆਂ ਬਚਾਅ ਕਰਨ ਤੋਂ, ਧੁੰਦ ਤੋਂ, ਠੰਡ ਤੋਂ, ਬੱਚਿਆਂ ਨੂੰ ਆਪਣਾ ਰਜਾਈਆਂ ਵਗੈਰਾ 'ਚ ਰੱਖਣ। ਜਿਸ ਤਰ੍ਹਾਂ ਕਿ ਅਸੀਂ ਦੇਖ ਰਹੇ ਹੈਗੇ ਆ ਕਿ ਹੁਣ ਟੈਂਪਰੇਚਰਸ ਕਾਫੀ ਜਿਹੜੇ ਔਨ ਦਾ ਹਾਇਰ ਸਾਈਡ ਚੱਲ ਰਹੇ ਨੇ। ਜੇ ਆਪਾਂ ਪਿਛਲੇ ਹਫਤੇ ਦੀ ਵੀ ਗੱਲ ਕਰਦੇ ਹਾਂ ਤਾਂ ਜਿਹੜਾ ਮਤਲਬ ਦਿਨ ਦਾ ਤਾਪਮਾਨ ਉਹ ਵੀ 21-22 ਡਿਗਰੀ ਦੇ ਨੀਅਰ ਅਬਾਊਟ ਚੱਲ ਰਿਹਾ
ਔਰ ਜਿਹੜਾ ਰਾਤ ਦਾ ਤਾਪਮਾਨ ਹੈ ਉਹ ਵੀ 7-8 ਡਿਗਰੀ ਚੱਲ ਰਿਹਾ ਹੈ। ਸੋ ਦੋਨੇ ਹੀ ਜਿਹੜੇ ਤਾਪਮਾਨ ਨੇ ਉਹ ਮਤਲਬ ਨਾਰਮਲ ਤੋਂ ਜ਼ਿਆਦਾ ਚੱਲ ਰਿਹਾ 2-3 ਡਿਗਰੀ। ਸੋ ਜਦੋਂ ਟੈਂਪਰੇਚਰਸ ਜਿਹੜੇ ਦਿਨ ਦੇ ਨੇ ਉਹ ਹਾਈ ਹੋ ਜਾਂਦੇ ਆ ਤਾਂ ਉਹਨਾਂ ਦਿਨਾਂ ਦੇ ਵਿੱਚ, ਕਿਉਂਕਿ ਅੱਜ ਕੱਲ੍ਹ ਮੋਇਸਚਰ ਲੈਵਲ ਵੀ ਬਹੁਤ ਜ਼ਿਆਦਾ ਹਾਈ ਚੱਲ ਰਿਹਾ ਹੈ, ਜੇ ਆਪਾਂ ਸਵੇਰ ਦੀ ਨਮੀ ਦੀ ਗੱਲ ਕਰੀਏ ਤਾਂ 97% ਤੱਕ ਜਿਹੜੀ ਨਮੀ ਹੈ ਉਹ ਰਿਕਾਰਡ ਕੀਤੀ ਜਾ ਰਹੀ ਹੈ, ਔਰ ਜਿਹੜੀ ਦਿਨ ਦੀ ਨਮੀ ਹੈ ਉਹ ਵੀ 50 ਤੋਂ 60% ਚੱਲ ਰਹੀ ਹੈ। ਸੋ ਜੇ ਨਮੀ ਜ਼ਿਆਦਾ ਹੈਗੀ ਹੈ ਔਰ ਦਿਨ ਕਲੀਅਰ ਨੇ ਤਾਂ ਫਿਰ ਉਹਨਾਂ ਦਿਨਾਂ ਦੇ ਵਿੱਚ ਸੁਭਾਵਿਕ ਹੀ ਹੈ ਕਿ ਜਿਹੜੀ ਧੁੰਦ ਆ ਉਹ ਪੈਣੀ ਸ਼ੁਰੂ ਹੋ ਜਾਂਦੀ ਹੈ। ਉਧਰ ਕੰਪਿਊਟਰ ਸਾਇੰਸ ਪ੍ਰੋਫੈਸਰ ਗੁਰਮੁਖ ਸਿੰਘ ਦੇ ਨਾਲ ਵੀ ਖਾਸ ਤੌਰ ਤੇ ਗੱਲਬਾਤ ਕੀਤੀ ਗਈ ਹੈ, ਜਿਨ੍ਹਾਂ ਨੇ ਜਾਪਾਨੀ ਤਕਨੀਕ ਨਾਲ ਲਗਾਏ ਬੂਟਿਆਂ ਬਾਰੇ ਦੱਸਿਆ। ਉਹਨਾਂ ਕਿਹਾ ਕਿ ਉਹ ਵਾਤਾਵਰਣ ਨੂੰ ਬੇहद ਪ੍ਰੇਮ ਕਰਦੇ ਨੇ ਤੇ ਉਹਨਾਂ ਇਹ ਵੀ ਦੱਸਿਆ ਹੈ ਕਿ ਉਹਨਾਂ ਨੇ ਜਾਪਾਨ ਦੀ ਤਕਨੀਕ ਦੇ ਨਾਲ 150 ਗਜ 'ਚ 1500 ਬੂਟੇ ਵੀ ਲਗਾਏ ਨੇ, ਜਿਹਦੇ ਬਾਰੇ ਪੂਰੀ ਜਾਣਕਾਰੀ ਵੀ ਉਹਨਾਂ ਨੇ ਦਿੱਤੀ ਹੈ। ਮੈਂ ਗੁਰਮੁਖ ਸਿੰਘ ਹਾਂ ਜੀ ਤੇ ਮੈਂ ਅਪਰੋਕਸੀਮੇਟਲੀ 35 ਸਾਲ ਤੋਂ ਪੂਰੀ ਤਰ੍ਹਾਂ ਯਾਦ ਕਰਾਂ ਤਾਂ 34-35 ਸਾਲ ਤੋਂ ਮੈਂ ਇਸ ਗਾਰਡਨਿੰਗ ਦੇ ਨਾਲ ਜੁੜਿਆ ਹੋਇਆ। ਮੇਰੇ ਕੋਲ ਮੇਰੇ ਟੈਰਸ ਦੇ ਉੱਪਰ ਹੁਣ ਤੱਕ ਜੇ ਕੁੱਲ ਕੈਲਕੂਲੇਟ ਕਰਦੇ ਹਾਂ ਤਾਂ 1200-1300 ਦੇ ਕਰੀਬ ਪਲਾਂਟਸ ਜਿਹੜੇ ਨੇ ਉਹ ਹੋ ਜਾਣਗੇ। ਤੇ ਇਹਨਾਂ ਦੇ ਵਿੱਚ ਜ਼ਿਆਦਾ ਤੌਰ ਤੇ ਜਿਹੜੇ ਨੇ ਮੇਰੇ ਕੋਲ ਬੌਨਸਾਈ ਪਲਾਂਟਸ ਨੇ। ਬੌਨਸਾਈ ਦੀ ਸ਼ੌਕ ਜਿਹੜਾ ਮੈਨੂੰ ਬਹੁਤ ਦੇਰ ਤੋਂ, ਤਕਰੀਬਨ ਪਿਛਲੇ ਸ਼ੁਰੂ ਤੋਂ ਮੈਂ ਬੌਨਸਾਈ ਵੱਲ ਹੀ ਜਿਹੜਾ ਸੀ ਆਇਆ ਸੀ। ਤੇ ਉਹਨਾਂ ਦੇ ਵਿੱਚ ਮੇਰਾ ਸਭ ਤੋਂ ਮੈਚਿਓਰ ਜਿਹੜਾ ਬੌਨਸਾਈ ਹੈ ਉਹ 31 ਈਅਰਸ ਅਪਰੋਕਸੀਮੇਟਲੀ ਹੈ। ਬਾਕੀ ਕੋਈ 21-22 ਸਾਲ ਦਾ, ਕੋਈ 15 ਸਾਲ ਦਾ, ਕੋਈ 18 ਸਾਲ ਦਾ, ਇਸ ਤਰ੍ਹਾਂ ਦੇ ਹੈਗੇ ਨੇ, ਜਿਨ੍ਹਾਂ ਦੇ ਵਿੱਚ ਵੈਰਾਈਟੀਜ਼ ਜਿਹੜੀਆਂ ਨੇ ਉਹ ਇੰਡੀਅਨ ਵੀ, ਪੰਜਾਬ ਨਾਲ ਨੇਟਿਵ ਵੀ ਨੇ ਤੇ ਆਊਟ ਆਫ ਪੰਜਾਬ ਜਾਂ ਆਊਟ ਆਫ ਕੰਟਰੀ ਵੀ ਹੈਗੀਆਂ ਨੇ। ਜਿਸ ਤਰ੍ਹਾਂ ਮੈਡਾਗਾਸਕਰ ਜਾਂ ਆਸਟ੍ਰੇਲੀਆ ਜਾਂ ਇਸ ਤਰ੍ਹਾਂ ਦੇ ਜਿਹੜੇ ਦੂਸਰੇ ਮੁਲਕਾਂ ਦੇ ਪਲਾਂਟਸ ਵੀ ਮੇਰੇ ਕੋਲ ਹੈਗੇ ਨੇ, ਫਕੇਰੀਆ, ਫਰਾਂਸ ਵਗੈਰਾ ਦੇ ਹੈਗੇ ਨੇ। ਤੇ ਹੁਣ ਜਾਣ ਤੋਂ ਪਹਿਲੇ ਇੱਕ ਵਾਰ ਫਿਰ ਨਜ਼ਰ ਹੁਣ ਤੱਕ ਦੀਆਂ ਹੈਡਲਾਈਨਸ ਤੇ ਵੱਲ। ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਆਇਆ ਸਾਹਮਣੇ। ਨਿੱਜੀ ਸਕੂਲ ਦੇ ਵਿੱਚ 7 ਸਾਲਾਂ ਦੀ ਬੱਚੀ ਨਾਲ ਕੀਤਾ ਗਿਆ ਦੁਸ਼ਕਰਮ। ਸਥਾਨਕ ਲੋਕਾਂ ਵਿੱਚ ਭਾਰੀ ਰੋਸ। ਸਕੂਲ ਪ੍ਰਸ਼ਾਸਨ ਖਿਲਾਫ ਕੀਤਾ ਪ੍ਰਦਰਸ਼ਨ। ਲੁਧਿਆਣਾ ਦੇ ਬਰੋਟਾ ਰੋਡ ਤੇ ਕਤਲ ਦੀ ਵਾਪਰੀ ਵਾਰਦਾਤ। ਮਾਮੂਲੀ ਵਿਵਾਦ ਬਣਿਆ ਵਾਰਦਾਤ ਦਾ ਸਬਬ। ਕੁੱਤਿਆਂ ਤੇ ਪੱਥਰ ਮਾਰਨ ਤੋਂ ਰੋਕਣ ਤੇ ਤਕਰਾਰ। ਦੋਸ਼ੀ ਨੇ ਤੇਜ਼ਧਾਰ ਹਥਿਆਰ ਦੇ ਨਾਲ ਕੀਤਾ ਹਮਲਾ। ਰਾਏਕੋਟ 'ਚ ਅਕਾਲੀ ਦਲ ਦੇ ਵੱਲੋਂ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ। ਵਾਰਡ ਨੰਬਰ 7 ਤੇ 8 'ਚ ਅਕਾਲੀ ਵਰਕਰਾਂ ਨੇ ਕੀਤਾ ਪ੍ਰਚਾਰ। ਚੋਣ ਦਫ਼ਤਰਾਂ ਦਾ ਕੀਤਾ ਉਦਘਾਟਨ। ਵਾਰਡ ਨੰਬਰ 15 'ਚ ਵੀ ਆਜ਼ਾਦ ਉਮੀਦਵਾਰ ਨੇ ਵੀ ਕੀਤਾ ਚੋਣ ਦਫ਼ਤਰ ਦਾ ਉਦਘਾਟਨ। ਵਧ ਰਹੇ ਤੇਲ ਤੇ ਗੈਸ ਦੇ ਰੇਟਾਂ ਨੂੰ ਲੈ ਕੇ ਦੇਸ਼ ਭਗਤ ਤੇ ਯਾਦਗਾਰੀ ਸੁਸਾਇਟੀ ਦੇ ਵੱਲੋਂ ਧਰਨਾ ਪ੍ਰਦਰਸ਼ਨ। ਹਾਥੀਆਂ ਤੇ ਟਰੈਕਟਰਾਂ ਨੂੰ ਨਾਲ ਲੈ ਕੇ ਕੀਤਾ ਪ੍ਰਦਰਸ਼ਨ। ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ। ਤੇ ਫਿਲਹਾਲ ਲੁਧਿਆਣਾ ਖਬਰਨਾਮਾ 'ਚ ਇੰਨਾ ਹੀ। ਮੈਂ ਦਿਓ ਇਜਾਜ਼ਤ। ਧੰਨਵਾਦ।